अस्सलाम वालेकुम दोस्तों, मैं ਤੁਹਾਡਾ मेज़बान मियाँ मोहम्मद अफसल भट्टू ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਇਹ ਵੀਡੀਓ ਜਨਾਬ ਸਪੈਸ਼ਲੀ ਕਿਸਾਨ ਆਟੋਜ਼ ਐਂਡ ਟਰੈਕਟਰ ਪਾਰਟਸ ਫੇਸਬੁੱਕ ਪੇਜ ਤੇ ਵੀ ਵੇਖੀ ਜਾ ਸਕਦੀ ਹੈ। ਤੇ ਦੋਸਤੋ, ਜਿਸ ਤਰ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਪਿੰਡਾਂ ਵਿੱਚ ਰਹਿੰਦੇ ਹੈਗੇ ਨੇ, ਜ਼ਮੀਂਦਾਰਾਂ ਨਾਲ ਮੁਨਸਲਿਕ ਹੈਗੇ ਨੇ, ਉਹਨਾਂ ਨੂੰ ਪਤਾ ਹੈ ਵੀ ਬਿਜਾਈ ਦਾ ਟਾਈਮ ਸ਼ੁਰੂ ਹੋ ਗਿਆ ਕਣਕ ਦੀ ਦਾ। ਤੇ ਅੱਜ ਅਸੀਂ ਜਨਾਬ ਕਣਕ ਦੀ ਬਿਜਾਈ ਕਰਨ ਲੱਗੇ ਹਾਂ। ਤੇ ਮੈਂ ਅੱਜ ਆਪਣੇ ਦੋਸਤਾਂ ਨੂੰ ਦੱਸਣਾ ਵੀ ਮੈਂ ਕਿਸ ਤਰੀਕੇ ਬਿਜਾਈ ਕਰਦਾ ਪਿਆ, ਤਾਂ ਕਿ ਜਿਹੜੇ ਮੇਰੇ ਵੇਖਣ ਵਾਲੇ ਦੋਸਤ ਹੈਗੇ ਨੇ, ਜਿਹੜੇ ਨਵੇਂ ਕਿਸਾਨ ਹੈਗੇ ਨੇ ਇਸ ਸਾਈਡ ਤੇ ਆਏ ਨੇ, ਤਾਂ ਕਿ ਕੁਛ ਨਾ ਕੁਛ ਮੇਰੀ ਵੀਡੀਓ ਤੋਂ ਉਸ ਨੂੰ ਕੁਝ ਨਾ ਕੁਝ ਫਾਇਦਾ ਹੋ ਜਾਵੇ। ਜੇ ਅਗਰ ਕੋਈ ਮੇਰੀ ਗਲਤੀ ਹੈ ਤਾਂ ਕਿ ਕਮੈਂਟ ਕਰਨ, ਤੇ ਮੈਨੂੰ ਵੀ ਮਜ਼ੀਦ ਰਹਿਨਮਾਈ ਦੀ ਜ਼ਰੂਰਤ ਹੈ ਤਾਂ ਕਿ ਮੇਰੇ ਵੀ ਇਲਮ 'ਚ ਇਜ਼ਾਫਾ ਹੋਵੇ। ਤੇ ਆਓ ਮਜ਼ੀਦ ਗੱਪਸ਼ਪ ਕਰਨੇ ਹੈ ਤੇ ਨਾਲ ਦੋਨੋਂ ਖਾਣੇ ਵੀ ਕਿਸ ਤਰੀਕੇ ਬਿਜਾਈ ਕਰਦੇ ਪਏ हैं। ਦੋਸਤੋ, ਅਦੀਲ ਅਫਜ਼ਲ ਟਰੈਕਟਰ ਦੇ ਉੱਪਰ ਹੈ ਤੇ ਇਹਦੇ ਪਿੱਛੇ 11 ਫਲਾ ਹੱਲ ਹੈ ਤੇ ਅਸੀਂ ਜਨਾਬ ਇਹ ਮੁੰਡੀ ਤੇ ਦੋਸਤੋ ਅਦੀਲ ਅਫਜ਼ਲ ਜਨਾਬ 385 ਨੂੰ ਚਲਾਉਂਦਾ ਪਿਆ ਤੇ 11 ਫਲੇ ਹੱਲ ਹੈ ਉਸ ਦੇ ਪਿੱਛੇ ਤੇ ਹੱਲ ਫੇਰ ਰਿਹਾ ਦੋਸਤੋ। ਤੇ ਇੱਥੇ ਜਨਾਬ ਪਹਿਲੇ ਹੈਗੀ ਸੀ ਮੁੰਜੀ, ਏਰੀ ਫਾਈਨ ਸੀ, ਫਾਈਨਾਂ ਤੋਂ ਬਾਅਦ ਕੋਈ ਚੀਜ਼ ਨਹੀਂ ਲਗਾਈ ਸੀ ਤੇ ਬਸ ਜ਼ਮੀਨ ਨੂੰ ਪਾਣੀ ਪੈਂਦਾ ਰਹਿੰਦਾ ਸੀ। ਤੇ ਇਹ ਖਾਲਾ ਹੈ ਜਨਾਬ, ਦਬਸ਼ਬ ਹੋਈ ਹੋਈ ਇਸ ਨੂੰ ਡਾਹਣਾ ਸੀ, ਪਰ ਹੁਣ ਥੋੜ੍ਹਾ ਜਿਹਾ ਲੇਟ ਹੋ ਗਏ ਹੈ। ਇਹ ਅੱਗੇ ਤੋਂ ਜਦੋਂ ਕਣਕਾਂ ਆਉਣਗੀਆਂ, ਪੱਕ ਜਾਵਣਗੀਆਂ ਤੇ ਮੁੰਜੀ ਦੇ ਟਾਈਮ ਤੇ ਇਸ ਨੂੰ ਫਿਰ ਦੁਬਾਰਾ ਮੁਰੰਮਤ ਕਰਾਂਗੇ ਢਾਹ ਕੇ ਨਾ, ਫਿਰ ਇਨਸ਼ਾ ਅੱਲਾਹ ਤਾਲਾ ਇਸ ਨੂੰ ਸੈੱਟ ਕਰਕੇ ਨਵਾਂ ਖਾਲਾ ਤਿਆਰ ਕਰਾਂਗੇ। ਤੇ ਦੋਸਤੋ, ਅਸਾਂ ਜਨਾਬ ਇੱਥੇ ਪਹਿਲੇ 2 ਮਰਤਬਾ ਡਿਸਕਾਂ ਫੇਰੀਆਂ ਨੇ ਤੇ ਜ਼ਮੀਨ ਇੱਕ ਸਾਈਡ ਤੋਂ ਮਤਲਬ ਅੱਧੀ ਤੋਂ ਪਰਾਂ ਹੈਗੀ ਸੀ, ਬੱਤਰ ਤਕਰੀਬਨ ਠੀਕ ਸੀ, ਤੇ ਇੱਧਰ ਜਨਾਬ ਚੋਖਾ ਜ਼ਿਆਦਾ ਬੱਤਰ ਸੀ। ਤੇ ਇਹਨੂੰ ਕਵਰ ਕਰਨ ਵਾਸਤੇ ਅਸਾਂ 2 ਡਿਸਕਾਂ ਦੀ ਲਗਾ ਕੇ ਸੁਹਾਗਾ ਲਗਾ ਦਿੱਤਾ ਸੀ। ਤੇ ਅੱਜ ਜਿਹੜਾ ਖਾਲੇ ਦੇ ਨਾਲ 2 ਫੇਰੇ ਹੈਗੇ ਨੇ, ਜਿੱਥੇ ਜ਼ਿਆਦਾ ਬੱਤਰ ਸੀ ਉੱਥੇ ਦੋਹਰਾ ਹੱਲ ਮਾਰ ਕੇ ਨਾ 2 ਦਿਨ ਵਾਸਤੇ 3 ਦਿਨ ਵਾਸਤੇ ਛੱਡ ਦਿੱਤੀ ਸੀ। ਹੁਣ ਜਦੋਂ ਤਕਰੀਬਨ ਬੱਤਰ ਠੀਕ ਆ ਗਿਆ ਹੈ ਤੇ ਅਸਾਂ ਜਨਾਬ ਇਹਨੂੰ ਫੇਰਾ ਹੈ ਰੋਟਾਵੇਟਰ, ਆ ਤੁਹਾਡੇ ਸਾਹਮਣੇ ਹੈ। ਤੇ ਰੋਟਾਵੇਟਰ ਫੇਰਨ ਤੋਂ ਬਾਅਦ ਜਨਾਬ ਹੁਣ ਫੇਰਦੇ ਪਏ ਹੱਲ, ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਹੱਲ ਫੇਰਨ ਤੋਂ ਬਾਅਦ ਅਸੀਂ ਜਨਾਬ 20 ਸੁੱਟਾਂਗੇ, 20 ਸੁੱਟਣ ਤੋਂ ਬਾਅਦ ਜਨਾਬ ਫਿਰ ਰੋਟਾਵੇਟਰ ਇੱਕ ਫੇਰਾਂਗੇ ਤੇ ਰੋਟਾਵੇਟਰ ਫੇਰਨ ਤੋਂ ਬਾਅਦ ਸਾਈਡਾਂ ਤੇ ਫੇਰੇ ਮਾਰਾਂਗੇ ਉਲਟ ਤੇ ਸਿੱਧੇ ਹੱਲ ਨਾਲ, ਤੇ ਫਿਰ ਇੱਕ ਸੁਹਾਗਾ ਫੇਰ ਦੇਵਾਂਗੇ। ਤੇ ਉਮੀਦ ਹੈ ਇਨਸ਼ਾ ਅੱਲਾਹ ਤਾਲਾ ਕਣਕ ਸਾਡੀ ਇੱਥੇ ਹੀ ਓਕੇ ਹੋ ਜਾਸੀ, ਜਾਂ ਫਿਰ ਇੱਕ ਸੀ ਸੁਹਾਗਾ ਵੀ ਕਰ ਸਕਨੇ ਆ। ਇਹ ਆਪਣੀ ਸੋਚ ਹੈ। ਅਗਰ ਕੋਈ ਮੁਤਮਿਨ ਹੋਵੇ ਵੀ ਹੱਲ ਸੁਹਾਗਾ ਤੇ ਉਹ ਵੀ ਠੀਕ ਹੈ, ਜੇ ਅਗਰ ਇੱਕ ਸੁਹਾਗਾ ਵੀ ਲਾ ਦਈਏ ਵੀ ਰੂਟਰ ਥੱਲੇ ਕਰ ਦਈਏ ਤੇ ਫਿਰ ਵੀ ਕੰਮ ਠੀਕ ਹੋ ਜਾਵੇਗਾ। ਬਸ ਦੋਸਤ, ਸਿਰਫ ਰੂਟਰ ਹੀ ਲਗਾ ਦਿੰਦੇ ਨੇ ਤੇ ਜਿਹਦੀ ਵਜ੍ਹਾ ਨਾਲ ਜਿਹੜਾ ਵੀ ਉਹ ਤਕਰੀਬਨ ਜੰਮ ਤਾਂ ਜਾਂਦਾ ਹੈ, ਲੇਕਿਨ ਕਿਸੇ ਜਗ੍ਹਾ ਤੋਂ ਜ਼ਿਆਦਾ ਜੰਮ ਜਾਂਦਾ ਜਾਂ ਕਿਸੇ ਜਗ੍ਹਾ ਤੇ ਵਿਰਲੀ ਹੋ ਜਾਂਦੀ ਹੈ। ਅਗਰ ਸੀ ਸੁਹਾਗਾ ਹੋ ਜਾਵੇ ਤੇ ਬੀ ਤਕਰੀਬਨ ਬਰਾਬਰ ਹੀ ਜਰਮੀਨੇਸ਼ਨ ਕਰਦਾ ਹੈ, ਜੰਮਦਾ ਹੈ। ਤੇ ਇੱਕ ਬੋਰੀ DAP ਦੀ ਦੋਸਤੋ ਤੇ 1.25 ਮਣ 50 ਕਿਲੋ ਥੈਲੇ ਵਾਲਾ ਬੀ ਪਾਵੋ ਉਹ ਵੀ ਠੀਕ ਹੈ, ਜੇ ਘਰ ਵਾਲਾ ਪਾਓ ਤਾਂ ਉਹ ਵੀ ਠੀਕ ਹੈ। ਤੇ ਅਸਾਂ ਜਨਾਬ ਇਹਦੇ ਵਿੱਚ ਪਿਛਲੀ ਵਾਰੀ ਆਪਾਂ ਬੀ ਆਪਣਾ ਬੜਾ ਵਧੀਆ ਸੀ, ਉਸ ਦੀ ਛਾਂਟੀ ਕੀਤੀ ਸੀ। ਦੂਸਰਾ ਗੰਦਮ ਨੂੰ ਵਿੱਚੋਂ ਚੁੱਗ ਲਏ ਸਨ ਬੂਟੇ ਛੋਟੇ, ਅਗਰ ਕੋਈ ਵਿੱਚ ਗੰਦ ਬਲਾਂ ਦੇ ਹੁੰਦੇ ਸਨ ਜੜੀ ਬੂਟੀਆਂ ਵਾਲੇ, ਤੇ ਸਪਰੇਅ ਵੀ ਕੀਤਾ ਸੀ ਤੇ ਬੀ ਬਹੁਤ ਵਧੀਆ ਹੈ। ਤੇ ਇਸ ਤੇ ਮੈਂ ਤਕਰੀਬਨ 15-20 ਦਾਣੇ ਲੈ ਕੇ ਨਾ ਬੀਜ ਦੇ ਵੱਤਰ ਵਾਲੀ ਜਗ੍ਹਾ ਤੇ ਲਗਾਏ ਸਨ ਤੇ ਤਕਰੀਬਨ ਹੀ ਜਰਮੀਨੇਸ਼ਨ ਹੋ ਗਈ। ਕੋਈ ਇੱਕ ਅੱਧਾ ਜਿਹੜਾ ਦਾਣਾ ਖਰਾਬ ਸੀ ਉਹ ਨਹੀਂ ਜੰਮੇ, ਬਾਕੀ ਸਾਰੇ ਜੰਮ ਗਏ। ਤੇ ਉੱਥੋਂ ਮੈਨੂੰ ਅੰਦਾਜ਼ਾ ਹੋ ਗਿਆ ਵੀ ਇਸ ਬੀਜ ਦੀ ਜਿਹੜੀ ਹੈ ਨਾ ਜਰਮੀਨੇਸ਼ਨ ਉਹ ਅੱਛੀ ਹੈ, ਲਿਹਾਜ਼ਾ ਆਪਣਾ ਬੀ ਵੀ ਇਸਤੇਮਾਲ ਕਰ ਲਈਏ ਤਾਂ ਕੋਈ ਹਰਜ ਨਹੀਂ ਹੈਗਾ। ਤੇ ਮੇਰਾ ਖਿਆਲ ਹੈ ਵੀ ਜਿਹੜੇ ਦੋਸਤ ਬੀ ਰੱਖਦੇ ਨੇ ਗਰਮ ਕਮਰਿਆਂ ਦੇ ਵਿੱਚ ਤਾਂ ਉਹਨਾਂ ਨੂੰ ਹੀਟ ਹੋ ਜਾਂਦੇ ਨੇ, ਉਹ ਜ਼ਰੂਰ ਆਪਣਾ ਬੀਜ ਘਰ ਵਾਲਾ ਪਾਉਣ ਤੋਂ ਪਹਿਲੇ ਇਸ ਦੀ ਜਿਹੜੀ ਹੈ ਨਾ ਕਿਸੇ ਮਿੱਟੀ ਦੇ ਵਿੱਚ ਬੱਤਰ ਵਾਲੀ ਜਗ੍ਹਾ ਤੇ 7-8 ਦਾਣੇ ਜਾਂ 10 ਦਾਣੇ ਲਗਾ ਕੇ 3 ਦਿਨ ਬਾਅਦ ਉਸ ਦਾ ਰਿਜ਼ਲਟ ਚੈੱਕ ਕਰ ਲੈਣ। ਅਗਰ ਜੰਮਦਾ ਪਿਆ ਹੈ ਤਾਂ ਫਿਰ ਉਹ ਬੀ ਪਾਵਣ, ਜੇ ਅਗਰ ਇੱਕ ਵੀ ਦਾਣਾ ਨਹੀਂ ਜੰਮਿਆ ਤਾਂ ਫਿਰ ਮੇਰਾ ਖਿਆਲ ਹੈ ਵੀ ਲਗਾਉਣ ਦਾ ਫਾਇਦਾ ਕੋਈ ਨਹੀਂ ਹੈਗਾ। ਅਗਰ 10 ਦਾਣੇ ਲਗਾਓ ਤੇ 7 ਦਾਣਿਆਂ ਦਾ ਜੰਮਣਾ ਲਾਜ਼ਮੀ ਹੈ, 7-8 ਜੰਮ ਜਾਵਣਗੇ ਤੇ ਫਿਰ ਤੁਸੀਂ ਜਨਾਬ ਉਸ ਨੂੰ ਲਗਾਓ। ਅਗਰ ਜੰਮਣ 40% ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ ਹੈਗਾ। ਤੇ ਇਸ ਤੋਂ ਬਾਅਦ ਆਪਾਂ ਜਨਾਬ 20 ਸੁੱਟਾਂਗੇ, 20 ਤੋਂ ਬਾਅਦ ਤੁਹਾਨੂੰ ਜਨਾਬ ਫਿਰ ਵਿਖਾਵਾਂਗੇ ਰੂਟਾਵੇਟਰ ਦੀ ਪਰਫਾਰਮੈਂਸ ਵੀ, ਤੇ ਉਸ ਤੋਂ ਬਾਅਦ ਫਿਰ ਸੁਹਾਗਾ ਫੇਰਾਂਗੇ ਇਨਸ਼ਾ ਅੱਲਾਹ ਤਾਲਾ।
ਤੇ ਖੇਤ ਹੋਣ ਜਾਵਣਗੇ ਮੁਕੰਮਲ। ਤੇ ਉਮੀਦ ਹੈ ਮੇਰੇ ਦੋਸਤ ਮੇਰੇ ਨਾਲ ਰਵਣਗੇ। ਦੋਸਤੋ ਇਸ ਤਰੀਕੇ ਬੀਜ ਸੁੱਟਿਆ ਜਾਂਦਾ ਪਿਆ ਜੀ। ਇਹ ਦੋਹਰੀ ਸ਼ਾਟ ਸੁੱਟਣਗੇ ਤੇ ਦੋਹਰੀ ਸ਼ਾਟ ਦਾ ਫਾਇਦਾ ਇਹ ਹੈ ਵੀ ਬੀਜ ਬਰਾਬਰ ਤਕਸੀਮ ਹੋਵੇਗਾ ਤੇ ਕਿਸੇ ਜਗ੍ਹਾ ਤੇ ਜ਼ਿਆਦਾ ਜਾਂ ਥੋੜਾ ਨਹੀਂ ਹੋਣਾ, ਬਰਾਬਰ ਉਸੀ ਦਾ। ਤੇ ਬਾਸ ਦੋਸਤ ਜਿਹੜੇ ਨੇ ਉਹ ਇਕੱਲੀ ਸ਼ਾਟ ਸੁੱਟਦੇ ਨੇ ਤੇ ਲੇਕਿਨ ਦੋਹਰੀ ਸ਼ਾਟ ਸੁੱਟੀਏ ਤਾਂ ਉਸਦਾ ਕਾਫੀ ਫਾਇਦਾ ਹੈਗਾ। ਤੇ ਇਹ ਤਰੀਕਾਕਾਰ ਹੈ ਦੋਸਤੋ, ਵੇਖ ਲਓ ਜਨਾਬ ਕਿਸਾਨ ਬਾਈ ਕਿਸ ਤਰੀਕੇ ਬੀਜ ਸੁੱਟਦੇ ਪਏ ਨੇ। ਇਸ ਤੋਂ ਬਾਅਦ ਆਪਾਂ ਜਨਾਬ ਇਹਨੂੰ ਫੇਰਾਂਗੇ ਰੂਟਰ, ਫਿਰ ਹਾਲੀ ਸੁਹਾਗਾ ਜਾਂ ਇੱਕ ਸੁਹਾਗਾ ਵੀ ਫੇਰ ਸਕਨੇ ਆ ਸਾਈਡਾਂ ਤੋਂ ਫੇਰੇ ਮਾਰ ਕੇ, ਤੇ ਇੱਕ ਸੀਂ ਤੇ ਇੱਕ ਸੁਹਾਗਾ ਵੀ ਲਗਾ ਸਕਨੇ ਆ। ਜੋ ਤੁਹਾਡੀ ਮਰਜ਼ੀ ਹੋਵੇ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਜ਼ਮੀਨ ਬਣ ਜਾਣੀ ਚਾਹੀਦੀ ਹੈ ਬਸ। ਦੋਸਤੋ ਬੀਜ ਸੁੱਟਣ ਤੋਂ ਬਾਅਦ ਜਨਾਬ ਆਪਾਂ ਫੇਰਨੇ ਆ 85 ਨਾਲ ਰੂਟਰ, ਤੇ ਫਿਰ ਹਲ ਜਿਹੜਾ ਹੈ ਨਾ ਹਲ ਦੀ ਸੀਂ ਜਾਂ ਸੁਹਾਗਾ ਫੇਰਾਂਗੇ ਜਾਂ ਸਾਈਡਾਂ ਤੋਂ ਫੇਰਾ ਮਾਰ ਕੇ ਸੁਹਾਗਾ ਫੇਰਾਂਗੇ। ਖਾਦ ਵੀ ਸੁੱਟ ਦਿਓ, ਸੁੱਟਣ ਤੋਂ ਬਾਅਦ ਰੂਟਰ ਫੇਰਾਂਗੇ ਤੇ ਫਿਰ ਜਨਾਬ ਜਾਂ ਤਾਂ ਸਾਈਡਾਂ 'ਤੇ ਫੇਰਾ ਮਾਰਾਂਗੇ ਤੇ ਸੁਹਾਗਾ ਫੇਰ ਦੇਵਾਂਗੇ। ਚੈੱਕ ਕਰਾਂਗੇ ਵੀ ਜ਼ਮੀਨ ਬਿਹਤਰ ਬਣ ਗਈ ਹੈ ਤੇ ਫਿਰ ਠੀਕ ਹੈ, ਨਹੀਂ ਤਾਂ ਜ਼ਮੀਨ ਦੇ ਮੁਤਾਬਕ ਹੀ ਆਪਾਂ ਹਲ ਸੁਹਾਗਾ ਫੇਰਾਂਗੇ। क्या बात है 385 दी दोस्तों, बहुत ही ज़बरदस्त। जिन्नी बरीक होवे ना दोस्तों उन्ना ही फ़ायदा है दूसरे वास्ते, कणक वास्ते, क्योंकि ਵੱਟੇ ਛੱਟੇ ਡਿੱਲ ਜਿਹਾ ਨਹੀਂ ਹੋਣੇ। ਜ਼ਮੀਨ ਬਰੀਕ ਹੋਵੇਗੀ, ਕੋਈ ਵੀ ਫਸਲ ਲਗਾਓਗੇ ਉਸ ਦੀ ਜਰਮੀਨੇਸ਼ਨ ਬਹੁਤ ਹੀ ਵਧੀਆ ਤੇ ਕਮਾਲ ਦੀ ਹੁੰਦੀ ਹੈ। ਗੁੱਲਾ ਬੰਦ ਕਰ ਲੈਣਾ ਚਾਹੀਦਾ ਦੋਸਤੋ ਮੇਰੇ ਖਿਆਲ ਵਿੱਚ। ਤੇ ਅਦੀਲ ਅਫਸਰ ਨੂੰ ਤਸੱਲੀ ਨਾਲ ਸਖਤੀ ਨਾਲ ਕਹਿੰਦੇ ਵੀ ਗੁੱਲਾ ਕਰਾਸੀ ਬੰਦ ਹੋ ਜਾਵੇ ਤੇ ਫਿਰ ਬੈਕ ਕਰਨਾ ਚਾਹੀਦਾ ਹੈ। ਦੋਸਤੋ ਹੁਣ ਫਿਰ ਜਿਸੇ ਸੁਹਾਗਾ ਫੇਰਾ ਇਹ ਹਲ ਫੇਰੇ
ਮਜ਼ੀਦ ਤੁਹਾਨੂੰ ਵਿਖਾਵਾਂਗੇ ਇਸ ਦੀ ਪਰਫਾਰਮੈਂਸ। ਤੇ ਕਣਕ ਆਪਣੀ ਹੋ ਜਾਸੀ ਮੁਕੰਮਲ ਹੈ ਤੇ ਸਾਰੇ ਦੋਸਤਾਂ ਨੂੰ ਪਤਾ ਵੀ ਲੱਗ ਜਾ ਸੀ। ਤੇ ਦੋਸਤੋ ਮੈਂ ਆਪਣੇ ਦੋਸਤਾਂ ਨੂੰ ਆਖਿਆ ਸੀ ਵੀ ਅਸੀਂ ਹੁਣ ਬੀਜ ਸੁੱਟਣ ਤੋਂ ਬਾਅਦ ਇਹਨੂੰ ਇੱਕ ਹੱਲ ਲਗਾਵਾਂਗੇ ਤੇ ਇੱਕ ਲਗਾਵਾਂਗੇ ਸੁਹਾਗਾ ਤੇ ਇੱਕ ਰੂਟਰ। ਤੇ ਦੋਸਤੋ ਰੂਟਰ ਅਸੀਂ ਫੇਰ ਲਿਆ ਹੈ ਤੇ ਸੁਹਾਗਾ ਤੇ ਹੱਲ ਅਸੀਂ ਨਹੀਂ ਫੇਰੇ, ਕਿਉਂਕਿ ਇੱਕ ਦੋ ਕਿਸਾਨ ਭਾਈ ਆ ਗਏ ਸਾਨੂੰ ਉਹਨਾਂ ਮਸ਼ਵਰਾ ਦਿੱਤਾ ਵੀ ਬਿਹਤਰ ਹੈ ਵੀ ਤੁਸੀਂ ਹੱਲ ਫੇਰਨ ਨਾਲੋਂ ਤੁਸੀਂ ਇਹ ਜਿਹੜਾ ਨਾ ਰੂਟਰ ਇਹ ਡਬਲ ਕਰ ਦਿਓ। ਤੇ ਦੋਸਤੋ ਇਸ ਜ਼ਮੀਨ ਨੂੰ 2 ਡਿਸਕਾਂ ਇੱਕ ਸੁਹਾਗਾ ਤੇ ਆ 3 ਰੂਟਰ ਫਿਰ ਗਏ ਨੇ ਤੇ ਕਣਕ ਜਨਾਬ ਆਪਣੀ ਬਿਜਾਈ ਮੁਕੰਮਲ ਹੋ ਗਈ ਹੈ। ਬਸ ਹੁਣ ਸੈਂਟਰ ਵਿੱਚ ਟਿੱਬੇ ਦੇ ਕੋਲ ਸਾਹਮਣੇ ਤੋਂ ਨਜ਼ਰ ਆ ਰਿਹਾ ਹੋਵੇਗਾ ਟਿੱਬਾ 2 ਕਿੱਲੇ ਦਾ ਪਲਾਟ ਹੈ ਤੇ ਟਿੱਬੇ ਦੇ ਸਾਹਮਣੇ ਸੈਂਟਰ 'ਚ ਇਹਨੂੰ ਇੱਕ ਨਾ ਵੱਟ ਪਾਵਾਂਗੇ ਤਾਂ ਕਿ ਜਿਹੜੇ ਇਹਨਾਂ ਨੂੰ 2 ਟੋਟੇ ਬਣ ਜਾਵਣ ਤੇ ਪਾਣੀ ਸੌਖਾ ਲੱਗੇ, ਕਿਉਂਕਿ ਪੀਟਰ ਦਾ ਪਾਣੀ ਲੱਗਣਾ ਹੈ ਤੇ ਡੀਜ਼ਲ ਤੁਹਾਨੂੰ ਪਤਾ ਹੈ ਵੀ ਕਾਫੀ ਮਹਿੰਗਾ ਹੈ। ਤੇ ਦੋਸਤੋ ਬਿਜਾਈ ਮੁਕੰਮਲ ਹੋ ਗਈ ਹੈ ਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।